ਨੱਚਣ ਦੀ ਕੁੱਦਣ ਦੀ ਤੇ ਗਾਉਣ ਦੀ ਗਿਆਨ ਤੇ ਵਿਗਿਆਨ ਦੀ ਖੇਡਾਂ ਲਿਖਣ ਯੁੱਗ ਦੀ ਸ਼ੋਗ ਦੀ ਰਾਵਾਲੇ ਬਾਗ ਦੀ ਸੰਜੇ ਨਵੀਂ ਕੇ ਆਈ ਲਾਏ ਨਵੀਂ ਉਡਾਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਦੂਰਦਰਸ਼ਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਾਇਨਾ ਨਿੱਘਾ ਸਵਾਗਤ ਕਰਦੀ ਹਾਂ। ਨਾ ਕਰ ਬਹੁਤੀ ਮੈਂ ਬੰਦਿਆ, ਸਭ ਕੁਝ ਇੱਥੇ ਰਹਿ ਜਾਣਾ। ਨਾ ਕਰ ਬਹੁਤੀ ਮੈਂ ਬੰਦਿਆ, ਸਭ ਕੁਝ ਇੱਥੇ ਰਹਿ ਜਾਣਾ। ਬੁੱਲੇ ਲੁੱਟ ਲੈ ਤੂੰ ਇਸ ਜੱਗ ਦੇ, ਮੁੜ ਵਾਪਸ ਨਹੀਂ ਆਉਣਾ। ਦਰਸ਼ਕੋ, ਕਿੰਨੀ ਸੱਚੀ ਸੁੱਚੀ ਤੇ ਢੁੱਕਦੀ ਹੋਈ ਗੱਲ ਲਿਖੀ ਹੈ ਲੇਖਕ ਨੇ। ਤੇ ਵਾਕਈ ਸ਼ਬਦਾਂ ਦਾ ਜ਼ਿੰਦਗੀ ਦੇ ਵਿੱਚ ਕੀ ਮਹੱਤਵ ਹੈ, ਇਹ ਲੇਖਕ ਤੋਂ ਇਲਾਵਾ ਸਾਨੂੰ ਹੋਰ ਕੌਣ ਦੱਸ ਸਕਦਾ ਹੈ। ਤੇ ਦਰਸ਼ਕੋ, ਅੱਜ ਨਵੀਂ ਉਡਾਰੀ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇੱਕ ਐਸੀ ਹੀ ਉਮਦਾ ਲੇਖਿਕਾ ਜੁੜ ਚੁੱਕੀਆਂ ਨੇ ਜਿਨ੍ਹਾਂ ਦਾ ਨਾਮ ਹੈ ਲਾਡੀ ਸੁਖਜਿੰਦਰ ਕੌਰ ਭੁੱਲਰ ਜੀ। ਲਾਡੀ ਜੀ, ਬਹੁਤ-ਬਹੁਤ ਨਮਸਕਾਰ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਧੰਨਵਾਦ ਜੀ। ਦਰਸ਼ਕੋ, ਇਹਨਾਂ ਨੂੰ ਲਾਡੀ ਭੁੱਲਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤੇ ਕਹਿੰਦੇ ਨੇ ਕਿ ਇੱਕ ਲੇਖਕ ਦੀ ਕਲਮ ਜਿਹੜੀ ਹੁੰਦੀ ਹੈ ਉਹ ਦਰਸਾਉਂਦੀ ਹੈ ਕਿ ਉਹਦੇ ਆਸ-ਪਾਸ ਦਾ ਮਾਹੌਲ ਕਿਵੇਂ ਦਾ ਹੁੰਦਾ ਹੈ। ਆਸ-ਪਾਸ ਦਾ ਮਾਹੌਲ ਜਿਹੜਾ ਹੁੰਦਾ ਹੈ ਉਹ ਉਹਦੀ ਕਲਮ ਤੇ ਬਹੁਤ ਪ੍ਰਭਾਵ ਪਾਉਂਦਾ ਹੈ। ਤੇ ਅਸੀਂ ਜਾਣਨਾ ਚਾਹਾਂਗੇ ਤੁਹਾਡੀ ਸ਼ਖਸੀਅਤ ਦੇ ਬਾਰੇ। ਸਾਡੇ ਦਰਸ਼ਕਾਂ ਨੂੰ ਪਲੀਜ਼ ਆਪਣੇ ਬਾਰੇ ਕੁਝ ਦੱਸੋ। ਮੈਡਮ, ਮੇਰਾ ਜਨਮ ਮਾਝੇ ਦੇ ਪਿੰਡ ਤੋਂ ਹੋਇਆ ਜੀ, ਜ਼ਿਲ੍ਹਾ ਤਰਨਤਾਰਨ ਤੋਂ ਜੀ। ਤੇ ਬਚਪਨ ਮੇਰਾ ਮਾਲਵੇ 'ਚ ਬੀਤਿਆ ਜੀ। ਤੇ ਜਵਾਨ ਮੈਂ ਦੁਆਬੇ ਦੀ ਧਰਤੀ ਤੇ ਹੋਈ। ਮਾਝੇ ਤੋਂ ਪੜ੍ਹਾਈ ਸ਼ੁਰੂ ਹੋਈ ਤੇ ਬਸ ਹੁੰਦੇ ਹੁੰਦੇ ਇੱਥੇ ਦੁਆਬੇ ਦੀ ਧਰਤੀ ਤੇ ਆ ਕੇ ਕੰਪਲੀਟ ਹੋ ਗਈ। ਵੈਸੇ ਕਹਿੰਦੇ ਆ ਕਿ ਬੰਦੇ ਦੇ ਸਾਰੇ ਜ਼ਿੰਦਗੀ ਪੜ੍ਹਾਈ ਖਤਮ ਨਹੀਂ ਹੁੰਦੀ, ਕਿ ਪੜ੍ਹਦਾ ਹੀ ਰਹਿੰਦਾ, ਸਿੱਖਦਾ ਹੀ ਰਹਿੰਦਾ ਜੀ। ਤੇ ਤੁਹਾਨੂੰ ਕੀ ਲੱਗਦਾ ਕਿਹੜੀ ਜਗ੍ਹਾ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਹੈ ਤੁਹਾਡੇ ਲੇਖਣ ਦੇ ਉੱਤੇ? ਜੇ ਕਲਮ ਦੀ ਗੱਲ ਕਰਦੇ ਆ ਜੀ, ਜੇ ਪ੍ਰਭਾਵ ਪਿਆ ਵਾ ਜ਼ਿਆਦਾ, ਉਹ ਮਾਝੇ ਤੋਂ ਤਾਂ ਮਾਲਵੇ ਤੋਂ ਵੀ ਪਿਆ ਵਾ। ਤੇ ਜਿਹੜੀ ਕਲਮ ਉੱਠੀ ਆ ਉਹ ਦੁਆਬੇ ਤੋਂ ਆਣ ਕੇ ਉੱਠੀ ਆ ਜੀ। ਲਿਖਣਾ ਮੈਂ ਉਦੋਂ ਇੱਥੇ ਸ਼ੁਰੂ ਕੀਤਾ ਜਦੋਂ ਦੁਆਬੇ ਦੀ ਧਰਤੀ ਤੇ ਆ ਗਏ ਆ ਜੀ। ਮਤਲਬ ਹਰ ਇੱਕ ਦੀ ਬਰਾਬਰ ਹਿੱਸੇਦਾਰੀ। ਹਾਂਜੀ, ਬਿਲਕੁਲ ਜੀ, ਬਿਲਕੁਲ। ਦਰਸ਼ਕੋ, ਮੈਂ ਤੁਹਾਨੂੰ ਇਹ ਦੱਸਦਾ, BA ਦੀ ਪੜ੍ਹਾਈ ਦੇ ਨਾਲ ਇਹਨਾਂ ਨੇ 8 ਤਰ੍ਹਾਂ ਦੇ ਡਿਪਲੋਮੇ ਵੀ ਕੀਤੇ ਨੇ। ਤੇ ਮੈਡਮ, ਤੁਸੀਂ ਆਪਣੇ ਉਹਨਾਂ ਡਿਪਲੋਮਿਆਂ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ। ਜੀ ਮੈਡਮ, ਜਿਸ ਤਰ੍ਹਾਂ ਮੈਨੂੰ ਪਹਿਲਾਂ ਮੇਰਾ ਜਿਹੜਾ ਸ਼ੌਂਕ ਸੀਗਾ ਕਿ ਮੈਂ ਫੌਜ ਦੇ ਵਿੱਚ BSF ਦੇ ਵਿੱਚ ਹੀ ਜੌਬ ਕਰਨੀ ਆ, ਤੇ ਫਿਰ ਉਸ ਹਿਸਾਬ ਦੇ ਨਾਲ ਪਹਿਲਾਂ ਮੈਂ ASI ਦਾ ਕੀਤਾ ਡਿਪਲੋਮਾ ਜੀ, ਸ਼ਾਰਟ ਹੈਂਡ ਵਗੈਰਾ ਜੋ ਕੁਝ ਮੈਨੂੰ ਇਹ 'ਚ ਚਾਹੀਦਾ ਸੀਗਾ। ਫਿਰ ਜਦੋਂ ਮੈਨੂੰ ਪਤਾ ਲੱਗਾ ਕਿ ਉਹ ਜੌਬ ਮੈਨੂੰ ਨਹੀਂ ਮਿਲ ਸਕਦੀਗੀ, ਫਿਰ ਉਸ ਤੋਂ ਬਾਅਦ ਕਿ ਮੈਂ ਇਸ ਤਰ੍ਹਾਂ ਦੀ ਇੱਕ ਲੜਕੀ ਹਾਂ ਕਿ ਮੈਂ ਜਲਦੀ ਹਿੰਮਤ ਨਹੀਂ ਹਾਰਦੀਗੀ। ਤੇ ਮੈਂ ਫਿਰ ਇਹ ਸੋਚਿਆ ਵੀ ਕੋਈ ਗੱਲ ਨਹੀਂ, ਜੇ ਨਹੀਂ ਜੌਬ ਮਿਲਦੀ ਤਾਂ ਕੋਈ ਹੋਰ ਡਿਪਲੋਮਾ ਕਰ ਲੈਂਦੇ ਆ। ਫਿਰ ਮੈਂ ਉਸ ਤੋਂ ਬਾਅਦ ਫਿਰ ਮੈਂ ਫੈਸ਼ਨ ਡਿਜ਼ਾਈਨਿੰਗ ਦਾ ਕੀਤਾ ਜੀ। ਫਿਰ ਮੈਂ ਨਾਲ ਇੱਕ ਕੰਪਿਊਟਰ ਦਾ ਕੋਰਸ ਕੀਤਾ ਜੀ। ਫਿਰ ਉਸ ਤੋਂ ਬਾਅਦ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੈਂ ਇੱਥੇ ਵੀ ਸੈੱਟ ਨਹੀਂ ਹੋਣਾ, ਕਿ ਮੈਂ ਇਹਨੂੰ ਬਾਹਰ ਹੀ ਜਾਣਾ ਪੈਣਾ ਆ। ਫਿਰ ਮੈਂ ਉਸ ਹਿਸਾਬ ਦੇ ਨਾਲ ਮੈਂ ਬਿਊਟੀ ਪਾਰਲਰ ਦਾ ਵੀ ਕੀਤਾ ਜੀ। ਫਿਰ 2 ਮੈਂ ਕੰਪਿਊਟਰ ਦੇ ਹੋਰ ਕੋਰਸ ਕੀਤੇ ਜੀ। ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਾ ਨਹੀਂ ਬਾਹਰ ਕਿਤੇ ਸੈੱਟ ਨਹੀਂ ਹੋਣਾ ਕੰਮ, ਤੇ ਇੱਥੇ ਹੀ ਸੈੱਟ ਹੋਣਾ ਵਾ, ਫਿਰ ਮੈਂ ਡਰਾਇੰਗ ਟੀਚਰ ਦਾ ਕੋਰਸ ਕੀਤਾ ਆ ਜੀ। ਜੀ। ਤੇ ਮੈਡਮ, ਇੰਨੇ ਵੱਖ-ਵੱਖ ਤਰੀਕੇ ਦੇ ਤੁਸੀਂ ਡਿਪਲੋਮੇ ਕੀਤੇ ਜਿਹੜੇ ਕਿ ਬਿਲਕੁਲ ਵੀ ਇੱਕ ਦੂਸਰੇ ਦੇ ਨਾਲ ਮਿਲਦੇ ਨਹੀਂ ਹੈ, ਦੂਰ-ਦੂਰ ਤੱਕ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਤੇ ਇੱਕ ਤਰਫ ਤੁਸੀਂ ਪੁਲਿਸ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਸੀ, ਜਿਹੜੀ ਕਿ ਬੜੀ ਹੀ ਇੱਕ ਦਬੰਗ ਨੌਕਰੀ ਹੈ, ਬਹੁਤ ਵੱਡੀ ਜ਼ਿੰਮੇਵਾਰੀ ਦਾ ਕੰਮ ਹੈ। ਤੇ ਉਸੇ ਤਰ੍ਹਾਂ ਹੀ ਜ਼ਿੰਮੇਵਾਰੀ ਦਾ ਕੰਮ ਹੈ ਟੀਚਿੰਗ ਲਾਈਨ, ਟੀਚਰ ਬਣਨਾ ਚਾਹੁੰਦੇ ਸੀਗੇ। ਤੇ ਤੁਹਾਡਾ ਲਿਖਾਵਟ ਵੱਲ ਰੁਝਾਨ ਕਿਵੇਂ ਹੋਇਆ? ਮੈਡਮ, ਜਿਸ ਤਰ੍ਹਾਂ ਇਹ ਕਹਿੰਦੇ ਆ ਨਾ ਕਿ ਜਦੋਂ ਕੋਈ ਵੀ ਇਨਸਾਨ ਆ, ਜਦੋਂ ਉਸ ਨੂੰ ਦੂਸਰੇ ਦਾ ਦਰਦ ਆਪਣਾ ਦਰਦ ਲੱਗਣ ਲੱਗ ਜਾਂਦਾ ਵਾ, ਉਦੋਂ ਫਿਰ ਉਹ ਕਵੀ ਬਣਦਾ ਆ ਜੀ। ਤੇ ਮੈਨੂੰ ਪਹਿਲਾਂ ਕਿਉਂਕਿ ਸਾਡੇ ਪੂਰੇ ਖਾਨਦਾਨ ਦੇ ਵਿੱਚ ਕੋਈ ਵੀ ਕਵੀ ਨਹੀਂ ਜੀ, ਕੋਈ ਵੀ ਰਾਈਟਰ ਨਹੀਂ ਜੀ। ਤੇ ਫਿਰ ਮੇਰੇ ਪਿੰਡ 'ਚ ਵੀ ਕੋਈ ਰਾਈਟਰ ਨਹੀਂ ਜੀ, ਦੂਰ ਤੱਕ ਵੀ ਮੈਂ ਕਿਸੇ ਰਾਈਟਰ ਨੂੰ ਨਹੀਂ ਸੀ ਜਾਣਦੀ ਜੀ। ਤੇ ਕਈ ਬੱਚੇ ਜਿਵੇਂ ਛੋਟੇ ਹੁੰਦੇ ਲਾਇਬ੍ਰੇਰੀ ਵਗੈਰਾ 'ਚ ਪੜ੍ਹਦੇ ਰਹਿੰਦੇ ਜਾ ਕੇ, ਤੇ ਮੈਂ ਉੱਥੇ ਵੀ ਨਹੀਂ ਸੀ ਪੜ੍ਹਨ ਦਾ, ਮੈਨੂੰ ਸ਼ੌਂਕ ਨਹੀਂ ਸੀ, ਬਿਲਕੁਲ ਨਹੀਂ। ਤੇ ਫਿਰ ਮੈਨੂੰ ਇਸ ਤਰ੍ਹਾਂ ਕਿ ਦੂਸਰਿਆਂ ਦਾ ਦਰਦ ਮਹਿਸੂਸ ਹੁੰਦਾ ਹੋ ਕੇ ਤਾਂ ਇਹ ਨਹੀਂ ਸੀ ਲੱਗ ਰਿਹਾ ਕਿ ਮੇਰੇ ਅੰਦਰ ਕਲਾ ਉੱਠ ਰਹੀ ਆ ਤੇ ਮੈਨੂੰ ਲਿਖਣਾ ਚਾਹੀਦਾ ਵਾ। ਤੇ ਮੇਰੇ ਅੰਦਰ ਇੱਕ ਦਰਦ ਹੋਣ ਲੱਗ ਗਿਆ ਜੀ, ਹਾਰਟ ਦੇ ਵਿੱਚ ਪੇਨ ਹੋਣ ਲੱਗ ਗਈ ਜੀ। ਫਿਰ ਇਹਦਾ ਵੀ 2 ਸਾਲ ਇਲਾਜ ਚੱਲਦਾ ਰਿਹਾ ਜੀ। ਤੇ ਜਿਸ ਤਰ੍ਹਾਂ ਮੈਂ ਰਾਤ ਨੂੰ ਸੌਣਾ ਤਾਂ ਮੇਰੇ ਮਾਈਂਡ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਕਹਾਣੀਆਂ ਆਉਣੀਆਂ ਜੀ। ਤਾਂ ਫਿਰ ਮੈਨੂੰ ਜਿਸ ਤਰ੍ਹਾਂ ਡਾਕਟਰਾਂ ਨੇ ਕਹਿਣਾ ਕਿ ਇਹ ਬੱਚਾ TV ਜ਼ਿਆਦਾ ਦੇਖਦਾ ਵਾ, ਤਾਂ ਕਰਕੇ ਇਹਨਾਂ ਦਾ ਮਾਈਂਡ ਚੱਲਦਾ ਰਹਿੰਦਾ।
ਪਰ ਇਸ ਤਰ੍ਹਾਂ ਦਾ ਕੋਈ ਗੱਲ ਨਹੀਂ ਸੀ। ਫਿਰ ਜਦੋਂ ਮੈਨੂੰ ਫਿਰ ਜ਼ਿਆਦਾ ਹੀ ਜ਼ੋਰ ਪੈ ਗਿਆ, ਇੱਕ ਦਿਨ ਮੈਨੂੰ ਇਸ ਤਰ੍ਹਾਂ ਲੱਗਾ ਕਿ ਮੈਂ ਕੁਝ ਲਿਖਾਂ। ਫਿਰ ਮੈਂ ਜਦੋਂ ਲਿਖਣਾ ਸ਼ੁਰੂ ਕੀਤਾ, ਰਾਤ ਦਾ ਟਾਈਮ ਸੀਗਾ ਜੀ, ਪਹਿਲੀ ਕਹਾਣੀ ਮੈਂ ਲਿਖੀ ਜੀ। ਕਹਾਣੀ ਦਾ ਨਾਮ ਆ ਖੂਨ ਦੇ ਹੰਝੂ ਜੀ। ਤੇ ਉਹ ਮੈਂ ਜਦੋਂ ਕਹਾਣੀ ਲਿਖੀ ਨਾ, ਤੇ ਉਹ ਮੇਰੇ ਲਿਖਦੇ ਲਿਖਦੇ ਸਵੇਰ ਦੇ 7 ਵੱਜ ਗਏ ਜੀ। ਜਦੋਂ ਮੈਂ ਦੇਖਿਆ ਕਿ ਮੈਂ ਤਾਂ ਸਾਰੀ ਰਾਤ ਹੀ ਲਿਖਦੀ ਰਹਿ ਗਈ। ਪਰ ਉਸ ਤੋਂ ਬਾਅਦ ਨਾ ਤਾਂ ਮੇਰੇ ਕਦੇ ਦਰਦ ਹੋਈ ਜੀ, ਤੇ ਫਿਰ ਮੈਨੂੰ ਇੰਨੀ ਕੁ ਚੈਨ ਦੇ ਨਾਲ ਨੀਂਦ ਆਉਣ ਲੱਗ ਗਈ। ਤੇ ਫਿਰ ਜਦੋਂ ਮੈਂ ਉਸੇ ਟਾਈਮ ਹੀ ਵੀ ਦੱਸਿਆ ਮੈਡਮ ਨੂੰ ਕਿ ਮੈਡਮ ਮੈਂ ਇਸ ਤਰ੍ਹਾਂ ਕੁਝ ਲਿਖਿਆ ਵਾ, ਤੇ ਚਲੋ ਜੀ ਇੱਥੋਂ ਤੋਂ ਸ਼ੁਰੂਆਤ ਹੋ ਗਈ ਜੀ। ਫਿਰ ਜੀ ਉੱਥੋਂ ਤੁਹਾਨੂੰ ਪ੍ਰੇਰਨਾ ਮਿਲੀ ਕਿ ਤੁਸੀਂ ਹੁਣ ਲਿਖਣਾ ਚਾਹੁੰਦੇ ਹੋ। ਹਾਂਜੀ ਹਾਂਜੀ ਹਾਂਜੀ। ਤੇ ਕਹਿੰਦੇ ਨੇ ਕਿ ਹੱਥ ਦਾ ਜਿਹੜਾ ਹੁਨਰ ਹੁੰਦਾ ਹੈ ਉਹ ਸਾਰੀ ਜ਼ਿੰਦਗੀ ਤੁਹਾਡੇ ਕੰਮ ਆਉਂਦਾ ਹੈ। ਤੁਹਾਡੇ ਕੋਲ ਜਿਹੜੇ ਅਗਰ ਸਾਰੇ ਰਸਤੇ ਵੀ ਬੰਦ ਹੋ ਜਾਣ ਨਾ, ਤੇ ਅਗਰ ਤੁਹਾਨੂੰ ਹੱਥ ਦਾ ਹੁਨਰ ਆਉਂਦਾ ਹੈ ਤੇ ਤੁਹਾਨੂੰ ਭੁੱਖਾ ਮਰਨ ਤੋਂ ਉਹ ਚੀਜ਼ ਬਚਾ ਲੈਂਦੀ ਹੈਗੀ ਹੈ। ਸੋ ਤੁਸੀਂ ਜਿਹੜੇ ਇੰਨੇ ਸਾਰੇ ਡਿਪਲੋਮੇ ਕੀਤੇ ਨੇ, ਕਿ ਉਹਨਾਂ ਡਿਪਲੋਮਿਆਂ ਦੇ ਨਾਲ ਸੰਬੰਧਿਤ ਕਿਸੇ ਖੇਤਰ ਦੇ ਵਿੱਚ ਤੁਸੀਂ ਹਜੇ ਵੀ ਕੰਮ ਕਰ ਰਹੇ ਹੋ ਲਿਖਣ ਦੇ ਨਾਲ ਨਾਲ? ਇਹ ਮੈਡਮ ਮੈਂ ਇਹਨਾਂ ਦੇ ਵਿੱਚੋਂ ਇੱਕ ਫੈਸ਼ਨ ਡਿਜ਼ਾਈਨਿੰਗ ਦਾ ਜਿਹੜਾ ਕੋਰਸ ਕੀਤਾ ਸੀਗਾ, ਉਹ ਮੈਂ ਬੁਟੀਕ ਖੋਲਿਆ ਜੀ ਆਪਣਾ। ਉਹ ਮੈਂ 1.5 ਕੁ ਸਾਲ ਹੀ ਚਲਾਇਆ। ਫਿਰ ਮੈਨੂੰ ਕੋਈ ਸਰੀਰਕ ਪ੍ਰੋਬਲਮ ਆ ਗਈ ਸੀਗੀ, ਤੇ ਜਿਹਦੇ ਕਰਕੇ ਫਿਰ ਹਾਲ ਦੀ ਘੜੀ ਮੈਨੂੰ ਉਹ ਵੀ ਬੰਦ ਕਰਨਾ ਪਿਆ ਜੀ। ਤੇ ਹੁਣ ਗੱਲ ਕਰਦੇ ਹਾਂ ਤੁਹਾਡੀ ਪਹਿਲੀ ਕਿਤਾਬ ਦੇ ਬਾਰੇ ਜੀ। ਪਹਿਲੀ ਕਿਤਾਬ ਦਾ ਨਾਮ ਜਿਵੇਂ ਕਿ ਤੁਸੀਂ ਦੱਸਿਆ ਜੀ, ਕਿਸੇ ਇੱਕ ਵਾਰੀ ਦੁਬਾਰਾ ਤੇ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਜੀ। ਮੇਰੀ ਜਿਹੜੀ ਮੈਂ ਪਹਿਲੀ ਕਹਾਣੀ ਲਿਖੀ ਜੀ, ਖੂਨ ਦੇ ਹੰਝੂ, ਉਹ ਫਿਰ ਮੈਂ ਕਿਤਾਬ ਦਾ ਨਾਮ ਹੀ ਖੂਨ ਦੇ ਹੰਝੂ ਰੱਖ ਲਿਆ ਜੀ। ਖੂਨ ਦੇ ਹੰਝੂ ਜੀ, ਠੀਕ ਹੈ। ਤੇ ਇਸ ਕਿਤਾਬ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ, ਇਸ ਕਿਤਾਬ ਦੇ ਵਿੱਚ ਕੀ ਹੈ? ਤੁਹਾਡੇ ਕੋਲ ਇਸ ਵੇਲੇ ਮੈਂ ਦੇਖ ਰਹੀ ਹਾਂ ਕਿਤਾਬਾਂ ਮੌਜੂਦ ਵੀ ਨੇ। ਜੀ ਜੀ ਜੀ, ਇਹ ਪਹਿਲੀ ਕਿਤਾਬ ਹੈ ਜੀ ਮੇਰੀ, ਖੂਨ ਦੇ ਹੰਝੂ। ਜੀ ਜੀ ਜੀ। ਤੇ ਇਹ ਕਹਾਣੀ ਸੰਗ੍ਰਹਿ ਆ ਜੀ। ਜੀ ਜੀ। ਤੇ ਕਹਾਣੀ ਸੰਗ੍ਰਹਿ ਕੀ ਹੁੰਦਾ? ਬਹੁਤ ਸਾਰੀ ਕਹਾਣੀਆਂ ਦਾ ਇਕੱਠ ਹੈ ਨਾ? ਹਾਂਜੀ ਬਿਲਕੁਲ ਜੀ, ਬਿਲਕੁਲ ਬਿਲਕੁਲ ਜੀ। ਤੇ ਤੁਸੀਂ ਜਿਵੇਂ ਦੱਸਿਆ ਕਿ ਤੁਸੀਂ ਪ੍ਰੇਰਿਤ ਹੋ ਕੇ ਇੱਕ ਕਹਾਣੀ ਲਿਖੀ ਔਰ ਸਵੇਰ ਤੱਕ ਤੁਸੀਂ ਲਿਖਦੇ ਰਹੇ। ਤੇ ਇਸ ਕਿਤਾਬ ਦੇ ਵਿੱਚ ਉਹ ਐਸੀਆਂ ਬਹੁਤ ਸਾਰੀਆਂ ਕਹਾਣੀਆਂ ਹੋਣਗੀਆਂ ਜੀ। ਤੇ ਕਿਹੜੀ ਕਹਾਣੀ ਜਿਹੜੀ ਹੈਗੀ ਹੈ ਤੁਹਾਡੇ ਦਿਲ ਦੇ ਬਹੁਤ ਕਰੀਬ ਹੈ, ਤੇ ਪੂਰੀ ਕਿਤਾਬ ਕਿਸ ਬਾਰੇ ਹੈਗੀ ਹੈ? ਇਹ ਮੈਡਮ ਇਹ ਸਾਰੀ ਕਿਤਾਬ ਹੈ ਜਿਹੜੀ ਇਹ ਔਰਤ ਦੇ ਦਰਦ ਨੂੰ ਬਿਆਨ ਕਰਦੀ ਹੈ ਜੀ। ਔਰਤ ਜਿਸ ਤਰ੍ਹਾਂ ਜਦੋਂ ਮੰਨ ਲਓ ਪਹਿਲਾਂ ਪੇਕੇ ਘਰ 'ਚ ਹੁੰਦੀ ਆ, ਫਿਰ ਉਸ ਤੋਂ ਬਾਅਦ ਜਿਸ ਤਰ੍ਹਾਂ ਮੰਨ ਲਓ ਪੜ੍ਹਨ ਵਾਸਤੇ ਬਾਹਰ ਨਿਕਲਦੀ ਆ, ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਆ। ਫਿਰ ਉਸ ਦੀ ਮੈਰਿਜ ਹੋ ਜਾਂਦੀ ਆ, ਫਿਰ ਉਸ ਨੂੰ ਸਹੁਰੇ ਘਰ 'ਚ ਕਿਸ ਤਰ੍ਹਾਂ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਵਾ। ਕਈ ਲੋਕ ਤਾਂ ਅੱਜ ਵੀ, ਚਾਹੇ ਮੈਡਮ ਲੋਕੀ ਕਹਿ ਦਿੰਦੇ ਕਿ ਅਸੀਂ ਪੜ੍ਹੇ ਲਿਖੇ ਆ, ਤੇ ਪਰ ਅਜੇ ਵੀ ਦਾਜ ਦੇ ਪ੍ਰਤੀ ਲੋਕਾਂ ਦੀ ਸੋਚ ਨਾ ਅਜੇ ਵੀ ਲਾਲਚ ਕਿਤੇ ਨਾ ਕਿਤੇ ਵਧਿਆ ਹੈ ਅਜੇ ਵੀ ਲੋਕਾਂ ਦਾ। ਉਹ ਫਿਰ ਮੈਂ ਇੱਕ ਦਾਜ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਭਰੂਣ ਹੱਤਿਆ ਤੇ ਕਿਸ ਤਰ੍ਹਾਂ ਲੜਕੀਆਂ ਨੂੰ ਸਾਹਮਣਾ ਕਰਨਾ ਪੈਂਦਾ। ਤੇ ਤੁਹਾਡੇ ਆਸ-ਪਾਸ ਦਾ ਜਿਹੜਾ ਮਾਹੌਲ ਰਿਹਾ ਉਹਨੂੰ ਪ੍ਰੇਰਨਾ ਸਰੋਤ ਲੈ ਕੇ ਤੁਸੀਂ ਇਹ ਕਿਤਾਬ ਲਿਖੀ ਹੈ? ਹਾਂਜੀ ਬਿਲਕੁਲ ਜੀ। ਜੋ ਮੈਂ ਦਰਦ ਦੇਖਿਆ ਆਪਣੇ ਰਿਸ਼ਤੇਦਾਰੀਆਂ 'ਚ, ਆਂਢ ਗੁਆਂਢ 'ਚ, ਪਿੰਡਾਂ ਦੇ ਵਿੱਚ, ਜੋ ਮੈਂ ਦਰਦ ਦੂਸਰੇ ਦਾ ਦੇਖਿਆ, ਮਹਿਸੂਸ ਕੀਤਾ, ਉਹ ਮੈਂ ਲਿਖਿਆ ਆ ਜੀ। ਤੇ ਲਾਡੀ ਜੀ, ਹੁਣ ਅਸੀਂ ਗੱਲ ਕਰਾਂਗੇ ਤੁਹਾਡੀ ਦੂਸਰੀ ਕਿਤਾਬ ਦੇ ਬਾਰੇ, ਜਿਹੜੀ ਕਿ ਗਜ਼ਲ ਸੰਗ੍ਰਹਿ ਹੈ। ਤੇ ਕੀ ਤੁਸੀਂ ਉਹ ਆਪਣੀ ਕਿਤਾਬ ਲੈ ਕੇ ਆਏ ਹੋ ਤੇ ਸਾਡੇ ਦਰਸ਼ਕਾਂ ਨੂੰ ਦਿਖਾਣਾ ਚਾਹੋਗੇ? ਜੀ ਬਿਲਕੁਲ ਜੀ। ਸੋ ਇਸ ਕਿਤਾਬ ਦਾ ਨਾਮ ਹੈ ਹੂਕ ਜੀ। ਤੇ ਲਾਡੀ ਜੀ, ਇਸ ਕਿਤਾਬ ਦੇ ਵਿੱਚ ਜਿਹੜੀਆਂ ਗਜ਼ਲਾਂ ਲਿਖੀਆਂ ਗਈਆਂ ਨੇ ਉਹ ਸਿਰਫ ਤੁਹਾਡੇ ਦੁਆਰਾ ਲਿਖੀਆਂ ਗਈਆਂ ਨੇ? ਹਾਂਜੀ ਬਿਲਕੁਲ ਜੀ, ਸਾਰੀਆਂ ਗਜ਼ਲਾਂ ਮੈਂ ਆਪ ਲਿਖੀਆਂ ਜੀ। ਤੇ ਜਿਹੜੀਆਂ ਗਜ਼ਲਾਂ ਲਿਖੀਆਂ ਗਈਆਂ ਨੇ ਉਹ ਕਿਸ ਮਾਹੌਲ ਨੂੰ ਦਰਸਾਉਂਦੀਆਂ ਨੇ? ਉਹ ਮੈਡਮ ਅਲੱਗ-ਅਲੱਗ ਵਿਸ਼ਿਆਂ ਦੇ ਉੱਪਰ ਲਿਖੀਆਂ ਜੀ। ਜਿਸ ਤਰ੍ਹਾਂ ਔਰਤ ਦੇ ਦਰਦ ਨੂੰ ਜ਼ਿਆਦਾ ਬਿਆਨ ਕੀਤਾ ਜੀ ਇਹਦੇ ਵਿੱਚ, ਰੁੱਖਾਂ ਨੂੰ ਲੈ ਕੇ, ਕੁੱਖਾਂ ਨੂੰ, ਪਾਣੀਆਂ ਤੇ, ਸਮਾਜਿਕ ਦੇ ਹੋਰ ਵੀ ਕਈ ਬੁਰਾਈਆਂ ਲਿਖੀਆਂ, ਅਲੱਗ-ਅਲੱਗ ਵਿਸ਼ਿਆਂ ਦੇ ਉੱਪਰ ਲਿਖੀਆਂ ਜੀ। ਜੀ। ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਇਸ ਗਜ਼ਲ ਸੰਗ੍ਰਹਿ ਦੇ ਵਿੱਚੋਂ ਕੁਝ ਪੜ੍ਹ ਕੇ ਸੁਣਾਉਣਾ ਚਾਹੋਗੇ? ਹਾਂਜੀ ਬਿਲਕੁਲ ਜੀ। ਜੀ। ਰੱਬਾ ਸੱਚੇ ਦੀ ਆਸ ਪੂਰੀ ਕਰ ਦੇਈਂ, ਰੱਬਾ ਸੱਚੇ ਦੀ ਆਸ ਪੂਰੀ ਕਰ ਦੇਈਂ, ਝੂਠੇ ਨੂੰ ਜਨਮੋਂ ਪਹਿਲਾਂ ਹੀ ਕਬਰ ਦੇਈਂ, ਝੂਠੇ ਨੂੰ ਜਨਮੋਂ ਪਹਿਲਾਂ ਹੀ ਕਬਰ ਦੇਈਂ। ਕੋਈ ਧੀ ਮਾਪਾ ਘਰ ਠੁਕਰਾ ਨਾ ਦੌੜੇ, ਕੋਈ ਧੀ ਮਾਪਾ ਘਰ ਠੁਕਰਾ ਨਾ ਦੌੜੇ, ਨਾ ਬਣੇ ਪੁੱਤ ਕਪੁੱਤ ਇੰਨਾ ਕੁ ਡਰ ਦੇਈਂ, ਨਾ ਬਣੇ ਪੁੱਤ ਕਪੁੱਤ ਇੰਨਾ ਕੁ ਡਰ ਦੇਈਂ। ਨਾ ਕੁੱਟ ਮਾਰ ਨਾ ਦਾਜ ਦਾ ਲਾਲਚ ਦੇਈਂ, ਨਾ ਕੁੱਟ ਮਾਰ ਨਾ ਦਾਜ ਦਾ ਲਾਲਚ ਦੇਈਂ, ਰੱਬਾ ਹਰ ਧੀ ਨੂੰ ਵਧੀਆ ਹੀ ਵਰ ਦੇਈਂ, ਰੱਬਾ ਹਰ ਧੀ ਨੂੰ ਵਧੀਆ ਹੀ ਵਰ ਦੇਈਂ। ਇਨਸਾਨੀ ਰੂਪ 'ਚ ਜੋ ਭੜਕਦੇ ਦਰਿੰਦੇ, ਇਨਸਾਨੀ ਰੂਪ 'ਚ ਜੋ ਭੜਕਦੇ ਦਰਿੰਦੇ, ਰੱਬਾ ਇਹਨਾਂ ਨੂੰ ਧਰਤੀਓਂ ਦੂਰ ਕਿਤੇ ਕਬਰ ਦੇਈਂ, ਰੱਬਾ ਇਹਨਾਂ ਨੂੰ ਧਰਤੀਓਂ ਦੂਰ ਕਿਤੇ ਕਬਰ ਦੇਈਂ। ਪੰਜਾਬੀ ਹੀ ਪੰਜਾਬ 'ਤੇ ਕਲੰਕ ਬਣਿਆ, ਪੰਜਾਬੀ ਹੀ ਪੰਜਾਬ 'ਤੇ ਕਲੰਕ ਬਣਿਆ,
अखबारे ना कोई ऐसी खबर देई, अखबारे ना कोई ऐसी खबर देई, रब्बा सच्चे सुच्चे अखर रहां लिखदी, रब्बा सच्चे सुच्चे अखर रहां लिखदी, इन्ना को लाडी सिर हथ मेरदा तर देई, इन्ना को लाडी सिर हथ मेरदा तर देई। ਬਹੁਤ ਹੀ ਉਮਦਾ ਲਿਖਿਆ ਜੀ ਤੁਸੀਂ ਜੀ, ਤੇ ਧੰਨਵਾਦ ਬਹੁਤ ਹੀ ਪਿਆਰਾ ਮੈਸੇਜ ਜਿਹੜਾ ਹੈਗਾ ਆ ਉਹ ਸੁਸਾਇਟੀ ਨੂੰ ਦਿੱਤਾ ਹੈ ਤੁਸੀਂ ਇਸ ਗਜ਼ਲ ਦੇ ਰਾਹੀਂ। ਜੀ, ਤੇ ਲਾਡੀ ਜੀ ਜਿਵੇਂ ਤੁਸੀਂ ਗਜ਼ਲਾਂ ਲਿਖੀਆਂ ਜੀ। ਤੇ ਕੀ ਕੋਈ ਗੀਤਕਾਰ ਐਸੇ ਵੀ ਨੇ ਜਿਨ੍ਹਾਂ ਨੇ ਤੁਹਾਡੀ ਲਿਖਾਵਟ ਨੂੰ ਆਪਣੇ ਬੋਲਾਂ ਦੇ ਵਿੱਚ ਤਬਦੀਲ ਕੀਤਾ ਹੈ, ਜਾਂ ਫਿਰ ਇਨ ਫਿਊਚਰ ਤੁਸੀਂ ਚਾਹੋਗੇ ਭਵਿੱਖ ਦੇ ਵਿੱਚ ਕਿ ਕੋਈ ਐਸਾ ਸਿੰਗਰ ਤੁਹਾਡੀਆਂ ਗਜ਼ਲਾਂ ਨੂੰ ਲੈ ਕੇ ਗੀਤ ਗਾਣ? ਜੀ ਮੈਡਮ, ਮੈਨੂੰ ਕਿਹਾ ਤੇ ਬਹੁਤ ਸਾਰੇ ਗਾਇਕਾਂ ਨੇ ਆ ਕਿ ਤੁਸੀਂ ਸਾਨੂੰ ਕੋਈ ਵਧੀਆ ਗੀਤ ਲਿਖ ਕੇ ਦਿਓ ਜਾਂ ਫਿਰ ਆਪਣੀ ਕੋਈ ਗਜ਼ਲ ਲਿਖ ਕੇ ਦਿਓ ਜੀ। ਕਿ ਅਜੇ ਤਾਂ ਫਿਲਹਾਲ ਮੈਂ ਸੋਚਿਆ ਨਹੀਂ। ਜਦੋਂ ਵੀ ਮੈਨੂੰ ਲੱਗਿਆ ਕਿ ਹਾਂ ਇਹ ਗਾਇਕ ਬਹੁਤ ਵਧੀਆ ਗਾ ਸਕਦੇ ਨੇ ਤਾਂ ਪਰ ਲੇਕਿਨ ਉਹ ਆਪਣੀ ਲਿਖਤ ਉਹਨਾਂ ਕੋਲ ਹੈ ਨਹੀਂ ਜੀ, ਤੇ ਮੈਂ ਉਹ ਕੋਈ ਵੀ ਗਾਇਕ ਹੋਵੇ ਮੈਂ ਉਹਨਾਂ ਨੂੰ ਜ਼ਰੂਰ ਦਊਂਗੀ ਜੀ। ਜੀ ਜੀ ਤੇ ਤੁਸੀਂ ਸਮਾਜ ਸੇਵਾ ਕਰਨਾ ਚਾਹੋਗੇ ਤੇ ਉਹਨਾਂ ਤੋਂ ਕੁਝ ਵੀ ਚਾਰਜ ਨਹੀਂ ਕਰੋਗੇ? ਨਹੀਂ ਜੀ, ਨਹੀਂ ਨਹੀਂ ਜੀ। ਠੀਕ ਹੈ, ਹਾਂਜੀ। ਬਹੁਤ ਵਧੀਆ ਗੱਲ ਹੈ ਜੀ। ਜੀ। ਖੂਨ ਦੇ ਹੰਝੂ ਕਹਾਣੀ ਸੰਗ੍ਰਹਿ ਤੁਸੀਂ ਲਿਖਿਆ, ਫਿਰ ਉਸ ਤੋਂ ਬਾਅਦ ਤੁਸੀਂ ਖੂਨ ਦੇ ਹੰਝੂ ਨੋਵਲ ਵੀ ਜਿਹੜੀ ਹੈ ਉਹ ਵੀ ਲਿਖੀ। ਜੀ। ਤੇ ਕੀ ਇਸ ਨੋਵਲ ਤੇ ਕਹਾਣੀ ਸੰਗ੍ਰਹਿ ਦੇ ਵਿੱਚ ਕੁਝ ਅੰਤਰ ਹੈ, ਜਾਂ ਫਿਰ ਤੁਸੀਂ ਉਸੇ ਕਹਾਣੀ ਸੰਗ੍ਰਹਿ ਦੇ ਵਿੱਚੋਂ ਇੱਕ ਕਹਾਣੀ ਲੈ ਕੇ ਉਹਨੂੰ ਨੋਵਲ ਦੇ ਵਿੱਚ ਤਬਦੀਲ ਕੀਤਾ? ਜੀ ਮੈਡਮ, ਇਹਦੇ ਵਿੱਚ ਅੰਤਰ ਤੇ ਬਹੁਤ ਜ਼ਿਆਦਾ ਜੀ, ਕਿਉਂਕਿ ਕਹਾਣੀ ਦੀ ਵਿਧਾ ਹੋਰ ਆ ਜੀ, ਨਾਵਲ ਦੀ ਵਿਧਾ ਹੋਰ ਆ। ਤੇ ਲੇਕਿਨ ਮੈਂ ਕਹਾਣੀ ਤਾਂ ਉਹਦੇ ਵਿੱਚੋਂ ਹੀ ਲਈ ਹੈ ਜੀ ਇੱਕ, ਪਰ ਉਸ ਕਹਾਣੀ ਦੇ ਵਿੱਚ ਬਹੁਤ ਕੁਝ ਇਦਾਂ ਦਾ ਰਹਿ ਗਿਆ ਸੀ ਜੋ ਮੈਂ ਨਹੀਂ ਸੀ ਲਿਖ ਸਕਦੀ ਜੀ। ਉਹ ਫਿਰ ਮੈਨੂੰ ਲੱਗਿਆ ਕਿ ਕਿਉਂ ਨਾ ਉਸ ਕਹਾਣੀ ਨੂੰ ਇੱਕ ਨਾਵਲ ਦਾ ਰੂਪ ਦਿੱਤਾ ਜਾਵੇ, ਤਾਂ ਕਿ ਉਹ ਮੈਂ ਜਿਹੜੀਆਂ ਗੱਲਾਂ ਰਹਿ ਗਈਆਂ ਨੇ ਉਸ ਨੂੰ ਖੁੱਲ੍ਹ ਕੇ ਲਿਖਿਆ ਜਾਵੇ ਜੀ। ਤੇ ਤੁਹਾਨੂੰ ਕੀ ਲੱਗਦਾ ਹੈ, ਤੁਹਾਡੀ ਨੋਵਲ ਨੂੰ ਜ਼ਿਆਦਾ ਲੋਕ ਪਸੰਦ ਕਰ ਰਹੇ ਜਾਂ ਫਿਰ ਕਹਾਣੀ ਸੰਗ੍ਰਹਿ ਨੂੰ ਜ਼ਿਆਦਾ ਲੋਕ ਪਸੰਦ ਕਰ ਰਹੇ ਨੇ? ਜ਼ਿਆਦਾ ਪਾਠਕਾਂ ਨੇ ਕਹਾਣੀ ਸੰਗ੍ਰਹਿ ਨੂੰ ਜ਼ਿਆਦਾ ਪਸੰਦ ਕੀਤਾ ਆ ਜੀ, ਕਿਉਂਕਿ ਮੇਰੇ ਖੁਦ ਦੇ ਪਿੰਡ ਦੇ ਜਦੋਂ ਵੀ ਹੁਣ ਵੀ ਕਈ ਆ ਜਾਂਦੇ ਆ ਕੇ ਕਹਿੰਦੇ ਨੇ ਕਿ ਮੇਰੀਆਂ ਭਾਵੇਂ ਬੇਸ਼ੱਕ ਹੋਰ ਵੀ ਕਿੰਨੀਆਂ ਬੁੱਕਸ ਛਪ ਚੁੱਕੀਆਂ ਜੀ, ਆ ਕੇ ਕਹਿੰਦੇ ਸਾਨੂੰ ਉਹ ਪਹਿਲੀ ਕਿਤਾਬ ਹੀ ਚਾਹੀਦੀ ਜੋ ਕਹਾਣੀ ਸੰਗ੍ਰਹਿ ਆ ਜੀ। ਕਹਾਣੀ ਜ਼ਿਆਦਾ ਪੜ੍ਹਦੇ ਲੋਕ ਜੀ। ਉੱਥੋਂ ਦੀ ਉਹ ਤੁਹਾਡੀ ਲਿਖਾਵਟ ਦੇ ਫੈਨ ਹੋ ਗਏ ਸੀ? ਹਾਂਜੀ ਬਿਲਕੁਲ ਜੀ, ਬਿਲਕੁਲ ਜੀ। ਸੋ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਏਗੀ। ਹਾਂਜੀ ਬਿਲਕੁਲ ਜੀ, ਬਿਲਕੁਲ। ਹਾਂਜੀ ਠੀਕ ਹੈ। ਤੇ ਅਗਲੀ ਜਿਹੜੀ ਕਿਤਾਬ ਹੈਗੀ ਹੈ ਉਹ ਹੈ ਪੰਜਾਬੀ ਵਿਰਾਸਤੀ ਕਾਇਦਾ। ਕੀ ਹੈ ਇਸ ਕਾਇਦੇ ਦੇ ਵਿੱਚ, ਕਿੱਦਾਂ ਅਲੱਗ ਹੈ ਇਹ ਬਾਕੀ ਕਾਇਦਿਆਂ ਤੋਂ? ਮੈਡਮ, ਇਹਦੇ ਵਿੱਚ ਸਿਰਫ ਇੱਕ ਵਿਰਾਸਤ ਦੀ ਗੱਲ ਕੀਤੀ ਗਈ ਹੈ ਜੀ। ਜਿਸ ਤਰ੍ਹਾਂ ਛੋਟੇ ਹੁੰਦਿਆਂ ਆਪਾਂ ਊੜੇ ਊਠ ਵਾਲਾ ਕਾਇਦਾ ਪੜ੍ਹਿਆ ਜੀ, ਉਹ ਉਸੇ ਵਿਧਾ ਦੇ ਵਿੱਚ ਹੀ ਇਹ ਕਾਇਦਾ ਲਿਖਿਆ ਜੀ। ਇਹਦੇ ਵਿੱਚ ਮੈਂ ਸਾਰੇ ਪੰਜਾਬੀ ਦੇ ਵਿਰਾਸਤੀ ਚਿੱਤਰ ਲਗਾਏ ਜੀ, ਊੜੇ ਐੜੇ ਦੇ ਹਿਸਾਬ ਦੇ ਨਾਲ ਜਿਹੜੇ ਮੈਨੂੰ ਲੱਗਿਆ ਕਿ ਇਹ ਚਿੱਤਰ ਲਗਾਉਣੇ ਚਾਹੀਦੇ ਆ ਉਹ ਲਗਾਏ ਆ ਜੀ। ਜੀ। ਤੇ ਤੁਸੀਂ ਦਰਸ਼ਕਾਂ ਨੂੰ ਦਿਖਾ ਸਕੋਗੇ ਕਿਵੇਂ ਇਹ ਅੰਤਰ ਹੈਗਾ ਆ ਆਮ ਕਾਇਦੇ ਤੇ ਵਿਰਾਸਤੀ ਕਾਇਦੇ ਦੇ ਵਿੱਚ? ਜੀ, ਜਿਸ ਤਰ੍ਹਾਂ ਮੰਨ ਲਓ ਉੱਥੇ ਊੜਾ ਊਠ ਹੁੰਦਾ ਆ ਜੀ, ਇੱਥੇ ਊੜਾ ਉਖਲੀ ਆ ਜੀ। ਉੱਥੇ ਐੜਾ ਅੰਬ ਹੁੰਦਾ ਵਾ ਜਾਂ ਕੁਛ ਐੜਾ ਹੋਰ ਵੀ ਹੁਣ ਕਈ ਤਰ੍ਹਾਂ ਦੇ ਐੜਿਆਂ ਦੇ ਵਿੱਚ ਉਹਨਾਂ ਨੇ ਕੁਛ ਲਾ ਦਿੱਤਾ ਜੀ। ਮੈਂ ਇੱਥੇ ਐੜਾ ਆਲਾ ਲਾਇਆ ਜੀ, ਜੋ ਵਿਰਾਸਤ ਦਾ ਆਲਾ ਸੀ ਹੁੰਦਾ ਸੀਗਾ ਜੀ, ਜਿਹਨੂੰ ਹੁਣ ਫਰਿੱਜ ਵੀ ਆਪਾਂ ਕਹਿ ਦਿੰਦੇ ਆ ਜੀ। ਤੇ ਉਹ ਮੈਂ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਇਹ ਅਲੱਗ 41 ਅੱਖਰਾਂ ਦੇ ਵਿੱਚ ਆ ਜੀ। 41 ਤੋਂ ਬਿਨਾਂ ਜਿੰਨੀਆਂ ਵੀ ਇਹਦੀਆਂ ਲਗਾ ਮਾਤਰਾ ਨੇ, ਲਗਾ ਮਾਤਰਾ ਦੇ ਵਿੱਚ ਪੂਰਾ ਕਾਇਦਾ ਕਾਨੂੰਨ ਦੇ ਵਿੱਚ ਰਹਿ ਕੇ ਇਹ ਮੈਂ ਕਾਇਦੇ ਨੂੰ ਤਿਆਰ ਕੀਤਾ ਜੀ। ਜੀ, ਬਹੁਤ ਹੀ ਵਧੀਆ ਉਪਰਾਲਾ ਹੈਗਾ ਇਹਨਾਂ ਦਾ ਕਿ ਬੱਚੇ ਪੰਜਾਬੀ ਪੜ੍ਹਨ ਦੇ ਨਾਲ ਵਿਰਾਸਤ ਦੇ ਵੱਲ ਵੀ ਧਿਆਨ ਦੇਣ। ਵਿਰਾਸਤ ਕਿਉਂਕਿ ਜਿਹੜੀ ਹੈਗੀ ਅਲੋਪ ਹੁੰਦੀ ਜਾ ਰਹੀ ਹੈ ਸਕੂਲਸ ਦੇ ਵਿੱਚ। ਅੱਜ ਕੱਲ੍ਹ ਜ਼ਿਆਦਾਤਰ ਕਹਿੰਦੇ ਆ ਹਿੰਦੀ ਬੋਲੋ ਜਾਂ ਫਿਰ ਇੰਗਲਿਸ਼ 'ਚ ਹੀ ਗੱਲ ਕਰਨੇ, ਕਈ ਸਕੂਲਾਂ ਦੇ ਵਿੱਚ ਤਾਂ ਕੰਪਲਸਰੀ ਕਰਤਾ ਹੈ। ਤੇ ਇਸ ਤਰ੍ਹਾਂ ਜਿਹੜੇ ਬੱਚੇ ਨੇ ਆਪਣੀ ਵਿਰਾਸਤ ਨੂੰ ਭੁੱਲਦੇ ਜਾ ਰਹੇ ਨੇ। ਤੇ ਤੁਹਾਡਾ ਜਿਹੜਾ ਇਹ ਕਾਇਦਾ ਹੈਗਾ ਆ ਇਹ ਬਹੁਤ ਹੀ ਵਧੀਆ ਉਪਰਾਲਾ ਹੈਗਾ ਹੈ ਬੱਚਿਆਂ ਨੂੰ ਪੰਜਾਬੀਅਤ ਦੇ ਨਾਲ ਜੋੜਨ ਦਾ, ਵਿਰਾਸਤ ਦੇ ਨਾਲ ਜੋੜਨ ਦਾ। ਤੁਹਾਨੂੰ ਲੱਗਦਾ ਹੈ ਕਿ ਸਕੂਲਸ ਵੀ ਇਹਨਾਂ ਨੂੰ ਅਪਣਾ ਰਹੇ ਨੇ? ਕੀ ਰਿਸਪੌਂਸ ਆਇਆ ਜਦ ਤੁਸੀਂ ਸਕੂਲਾਂ ਦੇ ਵਿੱਚ ਲੈ ਕੇ ਗਏ ਇਹ ਕਾਇਦੇ ਨੂੰ? ਇਹ ਮੈਡਮ ਮੈਂ ਵੀ ਇਹੀ ਪਹਿਲਾਂ ਗੱਲ ਸੋਚੀ ਸੀ ਕਿ ਬੱਚੇ ਪੰਜਾਬੀ ਨੂੰ ਭੁੱਲਦੇ ਜਾ ਰਹੇ ਤੇ ਵਿਰਾਸਤ ਨੂੰ ਵੀ ਤਾਂ ਭੁੱਲ ਹੀ ਗਏ ਨੇ ਜੀ। ਤੇ ਇਹ ਮੈਂ ਜ਼ਿਆਦਾ ਪਹਿਲਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੀ ਲੈ ਕੇ ਗਈ ਜੀ। ਮੈਨੂੰ ਵਧੀਆ ਰਿਸਪੌਂਸ ਮਿਲਿਆ। ਜਿੰਨਾ ਕੁ ਸਕੂਲਾਂ ਨੂੰ ਮੈਂ ਦਿਖਾਇਆ ਉਹਨਾਂ ਨੇ ਆਪਣੇ ਸਕੂਲ 'ਚ ਇਹ ਕਾਇਦਾ ਲਗਾਇਆ ਹੈ ਜੀ।
ਜੀ ਠੀਕ ਹੈ। ਪ੍ਰਾਈਵੇਟ ਸਕੂਲਾਂ ਨੇ ਲਗਾਇਆ ਕਿ ਸਰਕਾਰੀ ਸਕੂਲ ਵੀ ਲਗਾ ਰਹੇ ਨੇ? ਸਰਕਾਰੀ ਸਕੂਲ ਜਿਹੜਾ ਮੇਰੇ ਪਿੰਡ ਵਾਲਾ ਸਕੂਲ ਆ ਜੀ ਸਰਕਾਰੀ, ਉਹ 'ਚ ਵੀ ਲੱਗਿਆ ਹੋਇਆ ਜੀ ਸਰਕਾਰੀ 'ਚ, ਤੇ ਬਾਕੀ ਪ੍ਰਾਈਵੇਟ ਸਕੂਲਾਂ 'ਚ ਮੈਂ ਦਿਖਾਇਆ। ਅਜੇ ਆਪਣੇ ਪਿੰਡ ਤੋਂ ਬਿਨਾ ਹੋਰ ਕਿਸੇ ਸਰਕਾਰੀ ਸਕੂਲ ਨੂੰ ਮੈਂ ਦਿਖਾਇਆ ਹੀ ਨਹੀਂ ਜੀ ਕਾਇਦਾ, ਤੇ ਪ੍ਰਾਈਵੇਟ ਸਕੂਲ ਨੂੰ ਦਿਖਾਇਆ, ਉਹਨਾਂ 'ਚ ਲੱਗਾ ਹੋਇਆ ਜੀ। ਠੀਕ ਹੈ ਜੀ। ਤੇ ਤੁਹਾਡਾ ਸੰਪਾਦਕ ਵੀ ਹੈ ਰੁੱਖ ਪਾਣੀ ਅਨਮੋਲ, ਜਿਹੜਾ ਕਿ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵਧੀਆ ਸੋਸ਼ਲ ਮੈਸੇਜ ਦੇ ਰਿਹਾ ਜੀ, ਹੈ ਨਾ? ਜੀ ਜੀ। ਤੇ ਇਸ ਕਿਤਾਬ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਇਹਦੇ ਵਿੱਚ ਮੈਡਮ 58 ਕਵੀ ਛਪੇ ਆ ਜੀ, ਤੇ ਇਹ 58 ਕਵੀਆਂ ਦੀਆਂ ਫੋਟੋਆਂ ਲਾਈਆਂ ਇੱਕ ਰੁੱਖ ਦੇ ਉੱਪਰ, ਕਿਉਂਕਿ ਨਾਮ ਹੀ ਰੁੱਖ ਪਾਣੀ ਅਨਮੋਲ ਆ, ਤੇ ਇਹਦੇ ਤੇ ਵੀ ਮੇਰੀ 1 ਸਾਲ ਦੀ ਮਿਹਨਤ ਲੱਗ ਗਈ ਸੀ ਜੀ ਕਿਤਾਬ ਨੂੰ। ਹਾਂਜੀ ਹਾਂਜੀ। ਤੇ ਇਹ ਵੀ ਕਵਿਤਾ ਸੰਗ੍ਰਹਿ ਹੈ? ਹਾਂਜੀ, ਇਹ ਕਵਿਤਾ ਸੰਗ੍ਰਹਿ ਹੈ ਜੀ। ਇਹਦੇ ਵਿੱਚ ਵੀ ਮੈਂ ਜਦੋਂ ਕਵੀਆਂ ਨੂੰ ਫੋਨ ਕਰਨਾ, ਕਿਸੇ ਨੇ ਕਹਿਣਾ ਕਿ ਮੈਂ ਰੁੱਖਾਂ ਤੇ ਨਹੀਂ ਲਿਖਿਆ, ਪਾਣੀ ਤੇ ਲਿਖਿਆ ਵਾ, ਕਈਆਂ ਨੇ ਕਹਿਣਾ ਅਸੀਂ ਪਾਣੀ ਤੇ ਲਿਖਿਆ, ਰੁੱਖਾਂ ਤੇ ਨਹੀਂ ਲਿਖਿਆ, ਤੇ ਕਈ ਕਵੀ ਇਦਾਂ ਦੇ ਵੀ ਜਿਹੜੇ ਕਹਿੰਦੇ ਸੀਗੇ ਵੀ ਅਸੀਂ ਰੁੱਖ ਪਾਣੀ ਤੇ ਦੋਨਾਂ ਤੇ ਨਹੀਂ ਲਿਖਿਆ, ਹੋਰ ਸਾਡੇ ਕੋਲ ਬਹੁਤ ਮੈਟਰ ਪਿਆ ਲਿਖਿਆ। ਫਿਰ ਮੈਂ ਕਹਿ ਕੇ ਲਿਖਵਾਇਆ ਜੀ, ਕਹਿ ਕੇ 58 ਕਵੀ ਪੂਰੇ ਕੀਤੇ ਆ ਜੀ। ਮੈਂ ਦੇਖ ਪਾ ਰਹੀ ਹਾਂ 58 ਕਵੀਆਂ ਦੀ ਤੁਸੀਂ ਇੱਥੇ ਫੋਟੋਜ਼ ਲਗਾਈਆਂ ਨੇ। ਇਹਨਾਂ ਦੇ ਨਾਲ ਤੁਸੀਂ ਸੰਪਰਕ ਕਿਵੇਂ ਕਾਇਮ ਕੀਤਾ? ਕਿਵੇਂ ਤੁਹਾਡੇ ਮਿੱਤਰ ਬਣੇ? ਕੁਝ ਤਾਂ ਤੁਹਾਡੀ ਆਪਣੀ ਇੰਡਸਟਰੀ ਚੋਂ ਹੀ ਨੇ, ਜੀ ਹੈ ਨਾ? ਜੀ ਜੀ। ਤੁਹਾਨੂੰ ਕਵੀ ਸੰਮੇਲਨ ਤੇ ਮਿਲਦੇ, ਤੁਸੀਂ ਜਾਂਦੇ ਰਹਿੰਦੇ ਹੋਵੋਗੇ ਕਵੀ ਸੰਮੇਲਨ? ਹਾਂਜੀ ਬਿਲਕੁਲ ਜੀ, ਜਾਂਦੇ ਜੀ। ਤੇ ਕਿਤਾਬ ਪੜ੍ਹਨ ਦੇ ਲਈ ਬੁਲਾਇਆ ਜਾਂਦਾ ਹੈਗਾ ਲੇਖਕਾਂ ਨੂੰ, ਉੱਥੇ ਜਾਂਦੇ ਰਹੋਗੇ? ਤੇ ਸਾਰੇ ਤੁਹਾਡੇ ਉਸੇ ਰਾਹੀਂ ਹੀ ਤੁਹਾਡੇ ਮਿੱਤਰ ਬਣੇ ਨੇ? ਨਹੀਂ, ਇਹਨਾਂ ਦੇ ਵਿੱਚ ਬਹੁਤ ਸਾਰੇ ਕਵੀ ਇਸ ਤਰ੍ਹਾਂ ਦੇ ਆ ਜਿਨ੍ਹਾਂ ਨੂੰ ਅਜੇ ਮੈਂ ਰੂਬਰੂ ਨਹੀਂ ਮਿਲੀ ਜੀ। ਇਹ ਮੈਂ ਆਪਣੇ ਨਿਊਜ਼ਪੇਪਰ ਦੇ ਵਿੱਚ ਇੱਕ ਖਬਰ ਲਵਾ ਦਿੱਤੀ ਸੀਗੀ ਕਿ ਮੈਂ ਇਸ ਤਰ੍ਹਾਂ ਇੱਕ ਰੁੱਖ ਪਾਣੀ ਅਨਮੋਲ ਕਿਤਾਬ ਸੰਪਾਦਕ ਕਰਨੀ ਆ ਜੀ, ਤੇ ਜਿਹੜੇ ਕਵੀਆਂ ਨੇ ਰੁੱਖਾਂ ਤੇ ਜਾਂ ਪਾਣੀਆਂ ਤੇ ਲਿਖਿਆ ਮੈਨੂੰ ਕਵਿਤਾਵਾਂ ਭੇਜੋ ਜੀ। ਫਿਰ ਕੁਝ ਲੇਖਕ ਮੇਰੇ ਸੰਪਰਕ 'ਚ ਆਏ ਜੀ, ਉਹਨਾਂ ਨੇ ਕਿਹਾ ਵੀ ਅਸੀਂ ਰੁੱਖ ਤੇ ਲਿਖਿਆ, ਪਾਣੀਆਂ ਤੇ ਨਹੀਂ। ਮੈਂ ਕਿਹਾ ਫਿਰ ਲਿਖ ਲਓ ਜੀ ਉਹਨਾਂ ਚਿਰ। ਫਿਰ ਜਿਹੜੇ ਕਹਿੰਦੇ ਸੀ ਅਸੀਂ ਪਾਣੀ ਤੇ ਨਹੀਂ ਲਿਖਿਆ, ਉਹਨਾਂ ਨੂੰ ਵੀ ਮੈਂ ਕਿਹਾ ਵੀ ਤੁਸੀਂ ਲਿਖ ਲਓ ਜੀ। ਫਿਰ ਬਾਕੀ ਹੁਣ ਅੱਜ ਕੱਲ੍ਹ ਸੋਸ਼ਲ ਮੀਡੀਆ ਜ਼ਿਆਦਾ ਚੱਲਦਾ ਹੈ ਜੀ, ਉਹ ਫਿਰ ਇਸ ਤਰ੍ਹਾਂ ਆਟੋਮੈਟਿਕਲੀ ਮੇਰੇ ਨਾਲ ਇਹ ਕਵੀ ਜੁੜਦੇ ਗਏ ਜੀ। ਸੋਸ਼ਲ ਮੀਡੀਆ ਦਾ ਬਹੁਤ ਹੀ ਵਧੀਆ ਇਸਤੇਮਾਲ ਕੀਤਾ ਤੁਸੀਂ। ਹਾਂਜੀ ਹਾਂਜੀ ਬਿਲਕੁਲ ਜੀ ਜੀ ਬਿਲਕੁਲ। ਤੇ ਮੈਨੂੰ ਪੂਰਾ ਯਕੀਨ ਹੈ ਕਿ ਤੁਹਾਨੂੰ ਤਾਂ ਇਸ ਕਿਤਾਬ ਦੀਆਂ ਸਾਰੀਆਂ ਕਵਿਤਾਵਾਂ ਬਹੁਤ ਤੁਹਾਡੇ ਦਿਲ ਦੇ ਕਰੀਬ ਹੋਣਗੀਆਂ, ਲੇਕਿਨ ਇੱਕ ਜਿਹੜੀ ਕਵਿਤਾ ਹੈਗੀ ਹੈ ਉਹ ਕਿਹੜੇ ਕਵੀ ਦੀ ਹੈ ਜਿਹੜੀ ਤੁਸੀਂ ਪੜ੍ਹ ਕੇ ਸਾਡੇ ਦਰਸ਼ਕਾਂ ਨੂੰ ਸੁਣਾਉਣਾ ਚਾਹੋਗੇ? ਜੀ ਵੈਸੇ ਤਾਂ ਇਹਦੇ ਵਿੱਚ 58 ਕਵੀ ਛਪੇ ਆ ਜੀ, ਤੇ ਮੈਂ ਚਾਹੂੰਗੀ ਮੈਡਮ ਕਿ ਮੇਰੇ ਤਾਂ ਇਹ ਸਾਰੇ ਕਵੀ ਮਨਪਸੰਦ ਆ ਜੀ, ਹੈ ਨਾ? ਕਿਉਂਕਿ ਮੈਂ ਤਾਂ ਕਹਿ ਕੇ ਕਵਿਤਾਵਾਂ ਲਿਖਾਈਆਂ ਜੀ, ਹੈ ਨਾ? ਹਾਂਜੀ ਹਾਂਜੀ। ਤੇ ਪਰ ਇਹਨਾਂ ਦੇ ਉੱਪਰ ਮੈਂ ਜਿਹੜੀ ਇੱਕ ਕਵਿਤਾ, ਸਾਂਝੀ ਕਵਿਤਾ ਇਹਨਾਂ ਦੇ ਉੱਪਰ ਕਵੀਆਂ ਤੇ ਲਿਖੀ ਆ ਜੀ, ਇਹ ਕਿਤਾਬ ਨੂੰ ਲੈ ਕੇ ਤੇ ਕਵੀਆਂ ਦੇ ਉੱਪਰ ਤੇ ਰੁੱਖਾਂ ਨੂੰ ਵਿੱਚ, ਕਿਉਂਕਿ ਹਰ ਇੱਕ ਸ਼ੇਅਰ ਉਹ ਅਲੱਗ-ਅਲੱਗ ਵਿਸ਼ੇ ਦੇ ਉੱਪਰ ਹੁੰਦਾ ਆ ਜੀ। ਤੇ ਇਹ ਮੈਂ ਇੱਕ ਸਾਂਝੀ ਕਵਿਤਾ ਹੀ ਸੁਣਾਵਾਂਗੀ ਜੀ ਤੁਹਾਨੂੰ। ਜੀ ਜ਼ਰੂਰ। ਕੁਦਰਤ ਸੋਹਣੇ ਰੁੱਖ ਉਗਾਏ, ਕੁਦਰਤ ਸੋਹਣੇ ਰੁੱਖ ਉਗਾਏ, ਰੁੱਖਾਂ ਸੋਹਣੇ ਫੁੱਲ ਖਿੜਾਏ, ਰੁੱਖਾਂ ਸੋਹਣੇ ਫੁੱਲ ਖਿੜਾਏ, ਬੰਦਾ ਖੁਦ ਤਾਂ ਜ਼ਹਿਰ ਮਿਲਾਏ, ਬੰਦਾ ਖੁਦ ਤਾਂ ਜ਼ਹਿਰ ਮਿਲਾਏ, ਫਿਰ ਕਿਉਂ ਦੋਸ਼ ਪਾਣੀ ਤੇ ਲਾਏ, ਫਿਰ ਕਿਉਂ ਦੋਸ਼ ਪਾਣੀ ਤੇ ਲਾਏ। ਰੁੱਖਾਂ ਲਈ ਜੋ ਲਿਖਦੇ ਲੇਖਕ, ਰੁੱਖਾਂ ਲਈ ਜੋ ਲਿਖਦੇ ਲੇਖਕ, ਰੁੱਖ ਜਿਨ੍ਹਾਂ ਨੇ ਮੀਤ ਬਣਾਏ, ਰੁੱਖ ਜਿਨ੍ਹਾਂ ਨੇ ਮੀਤ ਬਣਾਏ, ਉਹ ਕੁਦਰਤ ਦਾ ਪੁੱਤ ਸਜਾਇਆ, ਉਹ ਕੁਦਰਤ ਦਾ ਪੁੱਤ ਸਜਾਇਆ, ਪਾਣੀ ਦੀ ਜੋ ਬੂੰਦ ਬਚਾਏ, ਪਾਣੀ ਦੀ ਜੋ ਬੂੰਦ ਬਚਾਏ। ਤੇਰੇ ਲਾਲਚ ਕਰਕੇ ਬੰਦਿਆ, ਤੇਰੇ ਲਾਲਚ ਕਰਕੇ ਬੰਦਿਆ, ਹਵਾਵਾਂ ਵਿੱਚ ਵਿਸ ਘੁਲਦੀ ਜਾਏ, ਹਵਾਵਾਂ ਵਿੱਚ ਵਿਸ ਘੁਲਦੀ ਜਾਏ। ਕਾਦਰ ਨੇ ਵਾ ਸੁੱਚੀ ਦਿੱਤੀ, ਕਾਦਰ ਨੇ ਵਾ ਸੁੱਚੀ ਦਿੱਤੀ, ਬੰਦਾ ਦੂਸ਼ਤ ਕਰਦਾ ਜਾਏ, ਬੰਦਾ ਦੂਸ਼ਤ ਕਰਦਾ ਜਾਏ। ਕੁੱਖ ਵਿੱਚ ਧੀ ਜ਼ਮੀਨ ਦਾ ਪਾਣੀ, ਕੁੱਖ ਵਿੱਚ ਧੀ ਜ਼ਮੀਨ ਦਾ ਪਾਣੀ, ਬੰਦਿਆ ਤੇਰੀ ਹੋਂਦ ਬਚਾਏ, ਬੰਦਿਆ ਤੇਰੀ ਹੋਂਦ ਬਚਾਏ। ਲਾਡੀ ਹਾਰ ਦਾ ਫੁੱਲ ਬਣੀ, ਲਾਡੀ ਹਾਰ ਮੈਂ ਕਿਤਾਬ ਨੂੰ ਕਿਹਾ ਜੀ ਵੀ ਇਹ ਫੁੱਲਾਂ ਦਾ ਹਾਰ ਆ ਮੇਰੀ ਕਿਤਾਬ, ਜਿਹੜੇ ਕਵੀ ਉਹ ਫੁੱਲ ਆ ਜੀ। ਲਾਡੀ ਹਾਰ ਦਾ ਫੁੱਲ ਬਣੀ, ਸਭ ਕਵੀਆਂ ਦਾ ਸ਼ੁਕਰ ਮਨਾਏ, ਸਭ ਕਵੀਆਂ ਦਾ ਸ਼ੁਕਰ ਮਨਾਏ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਅਦਾ, ਤੁਸੀਂ ਸਾਨੂੰ ਇਹ ਕਵਿਤਾ ਪੜ੍ਹ ਕੇ ਸੁਣਾਈ, ਬਹੁਤ ਹੀ ਉਮਦਾ ਲਿਖਿਆ ਹੋਇਆ ਜੀ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਇਹ ਜਿਹੜੀਆਂ 6 ਕਿਤਾਬਾਂ ਦੇ ਬਾਰੇ ਆਪਾਂ ਗੱਲ ਕੀਤੀ, ਇਹ ਤਾਂ ਸੀ ਜਿਹੜੀਆਂ ਛਪ ਚੁੱਕੀਆਂ ਨੇ। ਕੁਝ ਐਸੀਆਂ ਕਿਤਾਬਾਂ ਵੀ ਹੋਣਗੀਆਂ ਜਿਹੜੀਆਂ ਹੱਲੇ ਛਪਣ ਦੇ ਅਧੀਨ ਹੋਣਗੀਆਂ, ਜਿਹੜੀਆਂ ਆਉਣ ਵਾਲੀਆਂ ਹੋਣਗੀਆਂ, ਉਹਨਾਂ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ।
ਹਾਂਜੀ, ਇਹ ਕਿਤਾਬਾਂ ਜਿਹੜੀਆਂ ਛਪ ਚੁੱਕੀਆਂ, ਇਹਨਾਂ ਤੋਂ ਬਿਨਾਂ ਜੀ ਮੇਰੀਆਂ 2 ਕਿਤਾਬਾਂ ਪ੍ਰੈਸ ਦੇ ਵਿੱਚ ਛਪਣ ਵਾਸਤੇ ਪਈਆਂ ਨੇ ਜੀ, ਤੇ 12 ਕਿਤਾਬਾਂ ਦਾ ਮੇਰੇ ਕੋਲੇ ਮੈਟਰ ਪਿਆ ਜੀ, ਅਣਛਪਿਆ ਹੀ। ਤੇ ਉਹ ਚਾਹੇ ਮੈਂ ਚਾਹਾਂ ਤੇ ਅੱਜ 12 ਦੀਆਂ 12 ਛਪਾ ਲਵਾਂ ਜੀ। ਉਹ 12 ਕਿਤਾਬਾਂ ਦਾ ਅਣਛਪਿਆ ਮੈਟਰ ਹੈ ਜੀ, ਮੇਰੇ ਕੋਲੇ ਪਿਆ ਆ ਜੀ। ਜੀ, ਤੇ ਜਿਹੜੀਆਂ 2 ਕਿਤਾਬਾਂ ਛਪ ਕੇ ਆਉਣ ਵਾਲੀਆਂ ਨੇ ਉਹ ਕਿਸ ਬਾਰੇ ਹੈ? ਇੱਕ ਪੰਜਾਬੀ ਵਿਰਾਸਤ ਹੀ ਆ ਜੀ, ਤੇ ਇੱਕ ਜਿਹੜੀ ਦੂਸਰੀ ਕਿਤਾਬ ਆ ਉਹ ਬਾਲ ਕਵਿਤਾ ਜ਼ਿਆਦਾ ਆ ਜੀ, ਬੱਚਿਆਂ ਲਈ, ਛੋਟੇ ਬੱਚਿਆਂ ਦੀਆਂ ਕਵਿਤਾਵਾਂ ਨੇ ਜੀ ਉਸ ਵਿੱਚ ਜੀ। ਤੇ ਕਦੋਂ ਤੱਕ ਉਹ ਛਪ ਕੇ ਆ ਜਾਣਗੀਆਂ? ਸ਼ਾਇਦ 6 ਮਹੀਨਿਆਂ ਤੱਕ ਉਹ ਦੋਨੋਂ ਛਪ ਜਾਣਗੀਆਂ ਜੀ, ਕਿਉਂਕਿ ਉਹਨਾਂ ਤੇ ਟਾਈਮ ਲੱਗ ਰਿਹਾ ਵਾ। ਉਹਨਾਂ ਦੇ ਵਿੱਚ ਵੀ ਜਿਸ ਤਰ੍ਹਾਂ ਤੁਹਾਨੂੰ ਮੈਂ ਪੰਜਾਬੀ ਵਿਰਾਸਤੀ ਕਾਇਦਾ ਦਿਖਾਇਆ ਜੀ, ਇਸੇ ਤਰ੍ਹਾਂ ਅਸੀਂ ਉਹਦੇ ਵਿੱਚ ਵੀ ਸੋਚਦੇ ਹਾਂ ਕਿ ਅਲੱਗ-ਅਲੱਗ ਚਿੱਤਰ ਲਗਾ ਕੇ ਉਹ ਕਿਤਾਬਾਂ ਛਪਾਈਆਂ ਜਾਣ, ਕਿਉਂਕਿ ਅੱਜ ਕੱਲ੍ਹ ਪੜ੍ਹਨ ਦੇ ਨਾਲ ਨਾ ਦੇਖਣ ਦਾ ਵੀ ਆ ਗਿਆ ਟਰੈਂਡ, ਵੀ ਉਹਨੂੰ ਦੇਖ ਕੇ ਪੜ੍ਹਿਆ ਜਾਂਦਾ ਜੀ। ਤੇ ਇਸ ਕਰਕੇ ਅਜੇ ਮੈਨੂੰ ਕੁਝ ਫੋਟੋ 'ਚ ਮਿਲਦੀਆਂ ਨਹੀਂ ਪਈਆਂ ਗੀਆਂ, ਜਿਹਦੇ ਕਰਕੇ ਜ਼ਿਆਦਾ ਟਾਈਮ ਲੱਗ ਰਿਹਾ ਜੀ। ਜੀ, ਤੇ ਤੁਹਾਡੀਆਂ ਕੁਝ ਲਘੂ ਫਿਲਮਾਂ ਨੇ ਉਹ ਵੀ ਸੋਸ਼ਲ ਮੀਡੀਆ ਤੇ ਰਿਲੀਜ਼ ਹੋਈਆਂ ਨੇ। ਮੈਨੂੰ ਯਕੀਨ ਹੈ ਕਿ ਸਾਡੇ ਦਰਸ਼ਕ ਜਾਣਨਾ ਚਾਹਣਗੇ ਉਹ ਫਿਲਮਾਂ ਕਿਸ ਬਾਰੇ ਹੈ, ਤੇ ਉਹ ਫਿਲਮ ਦਾ ਟਾਈਟਲ ਕੀ ਹੈ, ਪਹਿਲੇ ਤਾਂ ਇਹ ਦੱਸ ਦਿਓ। ਉਹ ਫਿਲਮ ਤੁਰੀਆਂ ਨਾਲ ਕਿਤਾਬਾਂ ਆ ਜੀ। ਤੁਰੀਆਂ ਨਾਲ ਕਿਤਾਬਾਂ ਮਤਲਬ ਕੀ ਹੈ ਇਸ ਦਾ? ਇਸ ਦਾ ਜਦੋਂ ਮੰਨ ਲਓ ਵੀ ਇਨਸਾਨ ਟੁੱਟ ਜਾਂਦਾ ਹੈਗਾ, ਬਿਲਕੁਲ ਇਕੱਲਾ ਹੋ ਜਾਂਦਾ ਜੀ, ਤੇ ਉਹਦੇ ਨਾਲ ਫਿਰ ਉਸ ਟਾਈਮ ਉਹਨੇ ਵਧੀਆ ਕਿਤਾਬਾਂ ਪੜ੍ਹੀਆਂ ਹੋਣ, ਤੇ ਕਿਤਾਬਾਂ ਇੱਕ ਸਭ ਤੋਂ ਵਧੀਆ ਦੋਸਤ ਆ, ਮੈਂ ਮੰਨਦੀ। ਬਿਲਕੁਲ। ਜਦੋਂ ਬੰਦਾ ਟੁੱਟ ਜਾਂਦਾ ਵਾ ਤੇ ਉਹ ਕਿਤਾਬਾਂ ਉਸ ਟਾਈਮ ਉਹਦਾ ਸਹਾਰਾ ਬਣਦੀਆਂ ਨੇ, ਉਹ ਕਿਤਾਬਾਂ ਉਹਦੇ ਨਾਲ ਤੁਰਦੀਆਂ ਨੇ। ਤੇ ਇਸ ਚੀਜ਼ ਨੂੰ ਮੈਂ ਧਿਆਨ 'ਚ ਰੱਖਦੇ ਹੋਏ ਤੁਰੀਆਂ ਨਾਲ ਕਿਤਾਬਾਂ ਟਾਈਟਲ ਰੱਖਿਆ ਜੀ। ਜੀ, ਤੇ ਇਹਦਾ ਦੂਸਰਾ ਪਾਰਟ ਵੀ ਆ ਚੁੱਕਿਆ ਹੈ? ਹਾਂਜੀ, ਇਹਦਾ ਦੂਸਰਾ ਪਾਰਟ ਵੀ ਰਿਲੀਜ਼ ਹੋ ਚੁੱਕਿਆ ਜੀ। ਇਸ ਦਾ ਜਿਹੜਾ ਤੀਸਰਾ ਪਾਰਟ ਆ ਉਹ ਅੱਜ ਰਿਲੀਜ਼ ਹੋਣਾ ਹੈ ਜੀ। ਠੀਕ ਹੈ। ਤੇ ਕੀ ਆਡੀਅנס ਦਾ ਕੀ ਰਿਸਪੌਂਸ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਉਹਨਾਂ ਨੇ ਤੁਹਾਡੀ ਫਿਲਮ ਦੇਖੀ? ਬਹੁਤ ਵਧੀਆ ਜੀ। ਜਿਸ ਤਰ੍ਹਾਂ ਮੰਨ ਲਓ ਸਾਰਿਆਂ ਦੇ ਅਲੱਗ-ਅਲੱਗ ਵਿਊ ਆ, ਲੇਕਿਨ ਜ਼ਿਆਦਾ ਵਿਊ ਇਸ ਚੀਜ਼ ਤੇ ਆ ਰਹੇ ਆ ਕਿ ਜਿਹੜੇ ਉਹ ਕਹਿ ਰਹੇ ਕਿ ਅਸੀਂ ਫਿਲਮਾਂ ਦੇ ਵਿੱਚ ਬਹੁਤ ਘੱਟ ਦੇਖਿਆ ਵਾ ਕਿ ਕਿਸੇ ਨੇ ਕਿਤਾਬਾਂ ਦੀ ਗੱਲ ਕੀਤੀ ਹੋਵੇ, ਜਾਂ ਮਾਂ ਬੋਲੀ ਪੰਜਾਬੀ ਨੂੰ ਇੰਨਾ ਪ੍ਰਮੋਟ ਕੀਤਾ ਹੋਵੇ। ਮਾਂ ਬੋਲੀ ਪੰਜਾਬੀ ਦੀ ਗੱਲ ਕੀਤੀ ਗਈ ਆ ਬਹੁਤ ਜ਼ਿਆਦਾ, ਤੇ ਜ਼ਿਆਦਾ ਕਿਤਾਬਾਂ ਦੇ ਨਾਲ ਜੁੜਨ ਦੀ ਗੱਲ ਕੀਤੀ ਗਈ ਆ। ਉਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਜਿਸ ਤਰ੍ਹਾਂ ਮੰਨ ਲਓ ਲੋਕੀ ਵੱਡੀਆਂ ਕੋਠੀਆਂ ਅੱਜ ਪਾ ਲੈਂਦੇ ਆ, ਉਹਨਾਂ ਕੋਠੀਆਂ ਦੇ ਵਿੱਚ ਕਿਤਾਬਾਂ ਨੂੰ ਰੱਖਣਾ ਚੰਗਾ ਨਹੀਂ ਸਮਝਦੇਗੇ, ਕਹਿੰਦੇ ਕਿ ਇਹ ਖਲਾਰਾ ਪੈਂਦਾ ਵਾ। ਤੇ ਉਹ ਕੋਠੀਆਂ ਦੇ ਵਿੱਚ, ਸ਼ਾਨਦਾਰ ਕੋਠੀਆਂ ਦੇ ਇੱਕ ਬਣੇ ਹੋਏ ਸਟੋਰ ਦੇ ਵਿੱਚ ਖੂੰਜੇ 'ਚ ਕਿਤਾਬਾਂ ਸੁੱਟੀਆਂ ਹੁੰਦੀਆਂ ਨੇ ਜੀ। ਤੇ ਹਜੇ ਕਿ ਜਿਹੜੀਆਂ ਜੁੱਤੀਆਂ ਨੇ ਉਹ ਸ਼ੀਸ਼ਿਆਂ 'ਚ ਲਾਈਆਂ ਹੁੰਦੀਆਂ ਉਹਨਾਂ ਨੇ ਸਾਹਮਣੇ। ਇਸ ਚੀਜ਼ ਨੂੰ ਮੈਂ ਧਿਆਨ ਦੇ ਵਿੱਚ ਰੱਖਦੇ ਹੋਏ ਉਹ ਫਿਲਮ ਬਣਾਈ ਜੀ। ਤੇ ਲਾਡੀ ਜੀ, ਇੱਕ ਗੱਲ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ, ਜਿਵੇਂ ਤੁਹਾਡੀਆਂ ਕਿਤਾਬਾਂ, ਕਹਾਣੀਆਂ ਤੇ ਕਵਿਤਾਵਾਂ ਸਮਾਜ ਤੋਂ ਪ੍ਰੇਰਿਤ ਹੋ ਕੇ ਆਂਦੀਆਂ ਨੇ ਅਸਲ ਰੂਪ ਦੇ ਵਿੱਚ, ਉਸ ਤਰ੍ਹਾਂ ਤੁਸੀਂ ਕਿਹੜੀ ਲੇਖਿਕਾ ਤੋਂ ਜਾਂ ਲੇਖਕ ਤੋਂ ਪ੍ਰੇਰਿਤ ਹੋ ਕੇ ਇਸ ਇੰਡਸਟਰੀ ਦੇ ਵਿੱਚ ਕਦਮ ਰੱਖਿਆ? ਜਦੋਂ ਮੈਂ ਇਸ ਲਾਈਨ ਦੇ ਵਿੱਚ ਆਈ ਜੀ, ਉਹ ਮੈਂ ਤਾਂ ਜ਼ਿਆਦਾ ਦੁੱਖਾਂ ਤੋਂ ਪ੍ਰਭਾਵਿਤ ਹੋਈ ਆ ਜੀ। ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਜਦੋਂ ਕੋਈ ਵੀ ਇਨਸਾਨ ਵਾ ਉਹ ਦੂਸਰੇ ਦੇ ਦੁੱਖ ਨੂੰ ਆਪਣਾ ਦੁੱਖ ਸਮਝ ਲਵੇ ਤੇ ਉਦੋਂ ਇਨਸਾਨ ਕਵੀ ਬਣਦਾ ਜੀ। ਤੇ ਬਸ ਇਸੇ ਚੀਜ਼ ਨੂੰ ਮੈਂ ਧਿਆਨ 'ਚ ਰੱਖਿਆ। ਜ਼ਿਆਦਾ ਮੈਂ ਜਿਹੜੇ ਪ੍ਰਭਾਵਿਤ ਹੋਈ ਆ ਦੂਸਰੇ ਦੇ ਦੁੱਖਾਂ ਨੂੰ ਹੋਈ ਆ ਜੀ। ਤੇ ਜੇਕਰ ਅੱਜ ਮੈਂ ਪੜ੍ਹਨਾ ਜ਼ਿਆਦਾ ਪੜ੍ਹਦੀ ਆ ਤੇ ਮੈਂ ਪਾਸ਼ ਨੂੰ ਜ਼ਿਆਦਾ ਲਾਈਕ ਕਰਦੀ ਆ, ਪਾਸ਼ ਦੀਆਂ ਕਵਿਤਾਵਾਂ ਨੂੰ ਜੀ। ਪਾਸ਼ ਦੀ ਲਿਖਾਵਟ ਬਾਕੀਆਂ ਨਾਲੋਂ ਕਿਵੇਂ ਅਲੱਗ ਹੈ? ਕਿਉਂਕਿ ਪਾਸ਼ ਦੀਆਂ ਕਵਿਤਾਵਾਂ ਦੇ ਵਿੱਚ ਬਹੁਤ ਜ਼ਿਆਦਾ ਇੱਕ ਸੱਚ ਪੇਸ਼ ਕੀਤਾ ਗਿਆ ਹੈ ਜੀ। ਤੇ ਪਾਸ਼ ਜਦੋਂ ਵੀ ਕਵਿਤਾ ਲਿਖਦੇ ਸੀ ਨਾ, ਉਹ ਕਵਿਤਾ ਦੇ ਵਿੱਚ ਘੁਲ ਮਿਲ ਕੇ ਲਿਖਦੇ ਸੀ, ਤੇ ਕਵਿਤਾ ਦੇ ਵਿੱਚ ਉਤਰ ਕੇ ਰੂਹ ਤੋਂ ਕਵਿਤਾ ਲਿਖਦੇ ਸੀਗੇ ਜੀ। ਚਾਹੇ ਭਾਵੇਂ ਸਾਰੇ ਕਵੀ ਰੂਹ ਤੋਂ ਹੀ ਲਿਖਦੇ ਨੇ, ਪਰ ਲੇਕਿਨ ਉਹਨਾਂ ਦੀ ਕਵਿਤਾ ਦੇ ਵਿੱਚ ਬਹੁਤ ਜ਼ਿਆਦਾ ਸੱਚਾਈ, ਹੱਦ ਤੋਂ ਵੱਧ ਸੱਚ ਬੋਲਿਆ ਗਿਆ, ਜੋ ਅੱਜ ਲੋਕਾਂ ਨੂੰ, ਕਈਆਂ ਨੂੰ ਬਹੁਤ ਘੱਟ ਹਜਮ ਹੁੰਦਾ ਜੀ। ਲਾਡੀ ਜੀ, ਇੱਕ ਬਹੁਤ ਹੀ ਅਹਿਮ ਗੱਲ ਹੈ, ਇੱਕ ਬਹੁਤ ਹੀ ਅਹਿਮ ਸਵਾਲ ਹੈ ਜਿਹਦੇ ਤੇ ਮੈਂ ਤੁਹਾਡੀ ਰਾਏ ਜਾਨਣਾ ਚਾਹੁੰਦੀ ਹਾਂ। ਅੱਜ ਕੱਲ੍ਹ ਦੇ ਜਿਹੜੇ ਗੀਤਕਾਰ ਹੁੰਦੇ ਨੇ ਉਹ ਆਪਣੇ ਬੋਲਾਂ ਦਾ ਚੁਣਾਵ ਸਹੀ ਨਹੀਂ ਕਰ ਰਹੇ ਜੀ, ਕਿਉਂਕਿ ਦੇਖਿਆ ਜਾ ਰਿਹਾ ਕਿ ਬਹੁਤ ਜ਼ਿਆਦਾ ਅਪੋਜ਼ ਕੀਤਾ ਜਾ ਰਿਹਾ ਉਹਨਾਂ ਦੇ ਚੁਣਾਵ ਤੇ। ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ, ਉਹਨਾਂ ਗੀਤਕਾਰਾਂ ਨੂੰ, ਕਿ ਕਿੱਦਾਂ ਦੇ ਬੋਲ ਚੁਣਨੇ ਚਾਹੀਦੇ ਨੇ, ਕਿੱਦਾਂ ਦੇ ਬੋਲਾਂ ਦਾ ਚੁਣਾਵ ਨਹੀਂ ਕਰਨਾ ਚਾਹੀਦਾ? ਜਿਹੜੇ ਗਾਇਕ ਆਪਣੇ ਗਾਣਿਆਂ ਦੇ ਵਿੱਚ ਭੜਕਾਊ ਸ਼ਬਦ ਜ਼ਿਆਦਾ ਬੋਲ ਦਿੰਦੇ ਨੇ, ਜਿਹਦੇ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਆ, ਜਾਂ ਮੰਨ ਲਓ ਪੂਰੇ ਆਪਣੇ ਭਾਰਤ ਦਾ ਮਾਹੌਲ ਖਰਾਬ ਹੁੰਦਾ ਆ, ਜਿਹਦੇ ਕਰਕੇ ਮੈਂ ਕਹਿੰਦੀ ਵੀ ਉਹੋ ਜਿਹੇ ਸ਼ਬਦ ਨਹੀਂ ਵਰਤਣੇ ਚਾਹੀਦੇ। ਜੇ ਉਹ ਚਾਹੁੰਦੇ ਵੀ ਆ ਕਿ ਵਰਤਣਾ, ਉਹਨਾਂ ਨੂੰ ਘਟਾ ਦਿੱਤਾ ਜਾਣਾ ਚਾਹੀਦਾ, ਬਹੁਤਾ ਖਤਮ ਕਰ ਦਿਓ। ਜੇ ਨਹੀਂ ਖਤਮ ਕਰਦੇ, ਉਹਨਾਂ ਦੀ ਕੋਈ ਮਜਬੂਰੀ ਆ ਕਿ ਸਾਨੂੰ ਇਹ ਵਰਤਣੇ ਆ, ਲੇਕਿਨ ਉਹਨਾਂ ਨੂੰ ਘਟਾ ਕੇ ਤੇ ਥੋੜਾ ਜਿਹਾ ਇਸ ਤਰ੍ਹਾਂ ਦਾ ਕਿ ਸਾਡਾ ਮਾਹੌਲ ਨਾ ਖਰਾਬ ਹੋਵੇ ਕਿਸੇ ਪਾਸੇ ਵੀ ਜੀ। ਤੇ ਅੱਜ ਕੱਲ੍ਹ ਦੀ ਜਿਹੜੀ ਨਵੀਂ ਪੀੜ੍ਹੀ ਇਸ ਲਾਈਨ ਦੇ ਵਿੱਚ ਆਉਣਾ ਚਾਹੁੰਦੀ ਹੈ, ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ?
ਮੈਂ ਇਹੀ ਕਹਾਂਗੀ ਕਿ ਉਹ ਆਪਣੇ ਬਹੁਤ ਵਧੀਆ ਕਵੀਆਂ ਨੂੰ ਪੜ੍ਹਨ ਤੇ ਚੰਗੀਆਂ ਕਵਿਤਾਵਾਂ ਚੰਗੀਆਂ ਕਿਤਾਬਾਂ ਪੜ੍ਹਨ ਤਾਂ ਕਿ ਉਹ ਚੰਗੀਆਂ ਕਿਤਾਬਾਂ ਪੜ੍ਹਨਗੇ ਤੇ ਚੰਗਾ ਪ੍ਰਭਾਵ ਉਹਨਾਂ ਤੇ ਪਊਗਾ ਤੇ ਉਹ ਚੰਗਾ ਲਿਖ ਸਕਣਗੇ ਜੀ। ਲਾਡੀ ਜੀ ਬਹੁਤ-ਬਹੁਤ ਸ਼ੁਕਰੀਆ ਅਦਾ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਜਿਵੇਂ ਕਿ ਤੁਸੀਂ ਦੱਸਿਆ ਕਿ ਲਿਖਾਵਟ ਲਿਖਣ ਦੇ ਨਾਲ ਤੁਹਾਡੇ ਦਿਲ ਨੂੰ ਸਕੂਨ ਪਹੁੰਚਿਆ, ਉਸੇ ਤਰ੍ਹਾਂ ਮੇਰੇ ਤੇ ਸਾਡੇ ਦਰਸ਼ਕਾਂ ਦੇ ਦਿਲ ਨੂੰ ਸਕੂਨ ਪਹੁੰਚਿਆ ਤੁਹਾਡੀਆਂ ਇੰਨੀਆਂ ਪਿਆਰੀਆਂ ਗੱਲਾਂ ਸੁਣ ਕੇ। ਬਹੁਤ-ਬਹੁਤ ਸ਼ੁਕਰੀਆ ਤੁਹਾਡਾ। ਬਹੁਤ ਬਹੁਤ ਧੰਨਵਾਦ।